परम सत्कारयोग गुरु रूप गुरु प्यारी गुरु खालसा साध संगत जी। आओ जो अज श्री दरबार साहिब श्री हरमंदिर साहिब दीन दुनिया दे मालिक धन धन साहिब श्री गुरु ग्रंथ साहिब महाराज जियां ने जो श्री मुखवाक साहिब जियां दी बख्शिश कीती है, उस हुक्मनामा साहिब जियां दे आपां अखरी अर्थ सरवण करिए। विचार दी आरंभता तो पहला धन गुरु गोबिंद सिंह महाराज जियां वलों बख्शिश कीती हुई फतेह बुलाइए जी। कोई भी रसना वांझी ना रहे, सारी संगत गज के आखो जी। वाहिगुरु जी का खालसा वाहिगुरु जी की फतेह। बेनती है जिन्नियां भी संगतां ने साडा YouTube चैनल सबसक्राइब नहीं किया, वो साडा चैनल जरूर सबसक्राइब करो, क्योंकि असी इस चैनल ते हर रोज़ जो सतगुरु जी श्री मुखवाक साहिब जियां दी बख्शिश करते हैं, उस हुक्मनामा साहिब जियां दे अखरी अर्थ इस चैनल ते अपलोड करते हैं जी। ਅਤੇ ਨਾਲ ਹੀ ਹੋਰ ਗੁਰਬਾਣੀ ਦੀ ਵਿਚਾਰ ਗੁਰਬਾਣੀ ਦੀ ਕਥਾ ਇਸ ਚੈਨਲ ਤੇ ਅਸੀਂ ਅਪਲੋਡ ਕਰਦੇ ਹਾਂ। ਸੋ ਆਪ ਜੀ ਸਾਡਾ ਇਹ ਚੈਨਲ ਸਬਸਕ੍ਰਾਈਬ ਕਰੋ, ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ, ਕਿਉਂਕਿ ਸਾਡੀ ਹਰ ਵੀਡੀਓ ਸਭ ਤੋਂ ਪਹਿਲਾਂ ਆਪ ਜੀਆਂ ਤੱਕ ਪਹੁੰਚ ਸਕੇ, ਆਪ ਜੀ ਬਾਣੀ ਦਾ ਆਨੰਦ ਮਾਣ ਸਕੋ ਜੀ। ਆਓ ਅੱਜ ਸਤਿਗੁਰੂ ਜੀ ਕੀ ਰਹਿਮਤ ਕਰ ਰਹੇ ਨੇ, ਕੀ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰੀਏ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪ ਦੇ। ਅੱਜ ਦਾ ਮੁੱਖ ਵਾਕ ਚੌਥੇ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜੋ ਕਿ ਰਾਗ ਜੈਤਸਰੀ ਵਿੱਚ ਹੈ। ਘਰ ਪਹਿਲੇ ਵਿੱਚ ਸਤਿਗੁਰੂ ਜੀ ਨੇ ਗਾਣ ਦੀ ਹਦਾਇਤ ਦਿੱਤੀ ਹੈ। ਚੌਪਦੇ ਤੋਂ ਭਾਵ ਹੈ ਚਾਰ ਬੰਦਾਂ ਵਾਲੀ ਬਾਣੀ। ਇਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ 696 ਅੰਗ ਤੇ ਸੁਭਾਏਮਾਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ। ਸਤਿਗੁਰ ਪ੍ਰਸਾਦ, ਪੂਰੇ ਸਤਿਗੁਰੂ ਜੀ ਦੀ ਰਹਿਮਤ ਸਦਕਾ, ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਹੀਰੇ ਤੋਂ ਭਾਵ ਹੈ ਹਿਰਦੇ ਵਿੱਚ, ਮੇਰੇ ਮਾਥੇ ਤੋਂ ਭਾਵ ਹੈ ਮੇਰੇ ਮੱਥੇ ਉੱਤੇ। ਸਤਿਗੁਰੂ ਜੀ ਕਹਿ ਰਹੇ ਹਨ, ਮੇਰਾ ਹੀਰੇ ਨਾ ਰਤਨ ਨਾਮ ਹਰ ਵਸਿਆ। ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖ ਦਿੱਤਾ ਤਾਂ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਿਆ। ਗੁਰ ਹਾਥ ਧਰਿਓ ਮੇਰੇ ਮਾਥਾ, ਜਦੋਂ ਗੁਰੂ ਨੇ ਪੂਰੇ ਸਤਿਗੁਰੂ ਜੀ ਨੇ ਮੇਰੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਦਿੱਤਾ, ਮੇਰੇ ਹੀਰੇ ਰਤਨ ਨਾਮ ਹਰ ਵਸਿਆ। ਰਤਨ ਤੋਂ ਭਾਵ ਹੈ ਬਹੁਤ ਮਹਿੰਗਾ, ਕੀਮਤੀ। ਤੇ ਗੁਰੂ ਨੇ ਕੀ ਕਿਰਪਾ ਕੀਤੀ ਹੈ, ਮੇਰੇ ਹਿਰਦੇ ਵਿੱਚ ਕੀਮਤੀ ਪਰਮਾਤਮਾ ਦਾ ਨਾਮ ਵਸਾ ਦਿੱਤਾ। ਤਾਂ ਹੀ ਮਹਾਰਾਜ ਕਹਿੰਦੇ ਆ ਵੀ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਪੂਰੇ ਗੁਰੂ ਜੀ ਹੀ ਪਰਮਾਤਮਾ ਦਾ ਨਾਮ ਬਖਸ਼ ਸਕਦੇ ਹਨ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਕਿਲ ਵਿਖ ਤੋਂ ਭਾਵ ਹੈ ਪਾਪ, ਰਿਨ ਤੋਂ ਭਾਵ ਹੈ ਕਰਜ਼ਾ, ਵਿਕਾਰਾਂ ਦਾ ਭਾਰ। ਮਹਾਰਾਜ ਕਹਿੰਦੇ ਜਦੋਂ
ਗੁਰੂ ਜੀ ਨੇ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕਾ ਦਿੱਤਾ, ਪ੍ਰਮਾਤਮਾ ਦਾ ਨਾਮ ਵਸਾ ਦਿੱਤਾ। ਫਿਰ ਕੀ ਹੋਇਆ? ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਲੈ ਗਏ। ਗੁਰ ਨਾਮ ਦਿਓ ਰਿਨ ਲਾਥਾ। ਜਿਸ ਨੂੰ ਵੀ ਉਸ ਗੁਰੂ ਨੇ, ਪੂਰਨ ਸਤਿਗੁਰੂ ਜੀ ਨੇ ਪ੍ਰਮਾਤਮਾ ਦਾ ਨਾਮ ਦੇ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦਲਿੱਦਰ ਮਹਾਰਾਜ ਕਹਿੰਦੇ ਦੂਰ ਹੋ ਜਾਂਦੇ ਆ ਤੇ ਉਹਦੇ ਸਿਰ ਤੋਂ ਪਾਪਾਂ ਦਾ ਕਰਜ਼ਾ ਲੈ ਜਾਂਦਾ ਹੈ। ਸਾਡੇ ਮਨ ਨੂੰ ਬੜੀ ਮੈਲ ਲੱਗੀ ਹੋਈ ਹੈ। ਅਸੀਂ ਪਤਾ ਨਹੀਂ ਕਿਹੜੇ ਕਿਹੜੇ ਜਨਮ ਵਿੱਚੋਂ ਹੋ ਕੇ ਆਏ ਆ। ਕਿਤੇ ਹਾਥੀ ਬਣੇ, ਕਿਤੇ ਕੀੜੇ ਬਣੇ ਆ, ਕਿਤੇ ਸੱਪ ਬਣੇ ਆ, ਕਿਤੇ ਕੁੱਤੇ ਬਣੇ ਆ। ਬੜਾ ਕੁਝ ਅਸੀਂ ਬਣ ਕੇ ਆਏ ਆ। ਆ ਮਨੁੱਖਾ ਸਰੀਰ ਮਿਲਿਆ। ਇਹ ਮਨੁੱਖਾ ਸਰੀਰ ਅੰਦਰ ਰਹਿ ਕੇ ਜੇ ਸਤ ਸੰਗਤ ਕਰਾਂਗੇ, ਪੂਰੇ ਗੁਰੂ ਜੀ ਦੇ ਚਰਨਾਂ ਵਿੱਚ ਆਵਾਂਗੇ, ਪ੍ਰਮਾਤਮਾ ਦਾ ਨਾਮ ਜਪਾਂਗੇ, ਜਿਹੜੇ ਸਾਡੇ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਲੱਗੀ ਹੈ ਮੈਲ, ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਆ ਕੇ ਇਹ ਤੇਰੀ ਮੈਲ ਧੋਤੀ ਜਾਏਗੀ। ਜਦੋਂ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ, ਪ੍ਰਮਾਤਮਾ ਦਾ ਨਾਮ ਪੂਰੇ ਗੁਰੂ ਦੀ ਰਹਿਮਤ ਦੇ ਨਾਲ ਹੀ ਮਿਲਦਾ ਹੈ। ਜਦੋਂ ਪੂਰੇ ਸਤਿਗੁਰੂ ਜੀ ਤੈਨੂੰ ਪ੍ਰਮਾਤਮਾ ਦਾ ਨਾਮ ਦੇ ਦੇਣਗੇ, ਜਦੋਂ ਤੂੰ ਨਾਮ ਦੀ ਕਮਾਈ ਕਰੇਗਾ, ਤੇਰੇ ਸਿਰ ਤੋਂ ਪਾਪਾਂ ਦਾ ਕਰਜ਼ਾ ਲੈ ਜਾਏਗਾ, ਤੇਰਾ ਮਨ ਨਿਰਮਲ ਹੋ ਜਾਏਗਾ, ਤੇਰੇ ਮਨ ਤੋਂ ਪਾਪ ਦੁੱਖ ਦਲਿੱਦਰ ਦੂਰ ਹੋ ਜਾਣਗੇ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਅਰਥਾਂ ਤੋਂ ਭਾਵ ਹੈ ਪਦਾਰਥ। ਮਹਾਰਾਜ ਕਹਿੰਦੇ ਇਹ ਮੇਰਿਆ ਮਨਾ ਸਦਾ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਮੇਰੇ ਮਨ ਭਜ ਰਾਮ ਨਾਮ, ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ, ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਪ੍ਰਮਾਤਮਾ ਸਾਰੇ ਪਦਾਰਥ ਦੇਣ ਵਾਲੇ, ਸਭ ਅਰਥਾਂ ਤੋਂ ਭਾਵ ਹੈ ਉਹ ਵਾਹਿਗੁਰੂ ਜੀ ਹਰ ਇੱਕ ਦਾਤਾਂ ਦੇਣ ਵਾਲਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਉਹ ਪੂਰੇ ਬ੍ਰਹਿਮੰਡ ਵਿੱਚ ਹੀ ਦਾਤਾਂ ਦੇ ਰਿਹਾ ਹੈ। ਵਾਹਿਗੁਰੂ ਜੀ ਹਰ ਇੱਕ ਜੀਵ ਨੂੰ ਦਾਤਾਂ ਦੇ ਰਿਹਾ ਹੈ। ਉਹ ਸੱਪ ਨੂੰ ਵੀ ਉਹਦਾ ਭੋਜਨ ਦੇ ਰਿਹਾ, ਕੀੜਿਆਂ ਨੂੰ ਵੀ ਭੋਜਨ ਦੇ ਰਿਹਾ, ਡੱਡੂਆਂ ਨੂੰ ਵੀ ਭੋਜਨ ਦੇ ਰਿਹਾ, ਤੇ ਸਾਨੂੰ ਇਨਸਾਨਾਂ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੀ ਪਦਾਰਥ ਦੇ ਰਿਹਾ। ਜੋ ਕੁਝ ਵੀ ਸਾਡੇ ਕੋਲ ਇਸ ਟਾਈਮ ਹੈ, ਇਹ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੀ ਹੈ। ਸਦਾ ਹੀ ਉਹਦਾ ਸ਼ੁਕਰ ਕਰਿਆ ਕਰੋ, ਸਦਾ ਹੀ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਿਆ ਕਰੋ। ਮਹਾਰਾਜ ਕਹਿੰਦੇ ਪ੍ਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ। ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ ਰਹਾਓ। ਦ੍ਰਿੜਾਇਆ ਤੋਂ ਭਾਵ ਹੈ ਪੱਕਾ ਕਰ ਦਿੱਤਾ। ਮਹਾਰਾਜ ਕਹਿੰਦੇ ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਗੁਰੂ ਦੀ ਸ਼ਰਨ ਮਹਾਰਾਜ ਕਹਿੰਦੇ ਪਏ ਰਹੋ। ਪੂਰੇ ਸਤਿਗੁਰੂ ਜੀ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕਰ ਦੇਣਾ ਹੈ, ਦ੍ਰਿੜ ਕਰ ਦੇਣਾ ਹੈ। ਮਹਾਰਾਜ ਨੇ ਸਾਨੂੰ ਇਹ ਗੱਲ ਸਮਝਾ ਦੇਣੀ ਹੈ, ਬਿਨ ਨਾਵੈ ਜੀਵਨ ਬਿਰਥਾ। ਨਾਮ ਤੋਂ ਬਿਨਾ ਮਨਾ ਤੇਰੀ ਜ਼ਿੰਦਗੀ ਵਿਅਰਥ ਹੈ। ਇਹ ਮਨੁੱਖਾ ਜ਼ਿੰਦਗੀ ਦਾ ਤੈਨੂੰ ਲਾਭ ਨਹੀਂ ਮਿਲ ਸਕਦਾ। ਜੋ ਤੂੰ ਸੰਸਾਰ ਵਿੱਚ ਕਰਨ ਵਾਸਤੇ ਆਇਆ, ਉਹ ਕੰਮ ਤੇਰਾ ਸਫਲ ਨਹੀਂ ਹੋ ਸਕਦਾ। ਬਿਨ ਨਾਵੈ ਜੀਵਨ ਬਿਰਥਾ, ਤੇਰਾ ਜੀਵਨ ਸਾਰਾ ਹੀ ਵਿਅਰਥ ਚਲਿਆ ਜਾਏਗਾ ਜੇ ਤੂੰ ਪਰਮਾਤਮਾ ਦਾ ਸਿਮਰਨ ਨਾ ਕੀਤਾ। ਇਹ ਪਤਾ ਕਿੱਥੋਂ ਲੱਗਣਾ? ਗੁਰ ਪੂਰੈ, ਪੂਰੇ ਸਤਿਗੁਰੂ ਜੀ ਦੇ ਜਦੋਂ ਚਰਨਾਂ ਵਿੱਚ ਆਵਾਂਗੇ, ਪੂਰੇ ਸਤਿਗੁਰੂ ਜੀ ਦੀ ਜਦੋਂ ਸ਼ਰਨ ਵਿੱਚ ਆਵਾਂਗੇ, ਹਰ ਨਾਮ ਦ੍ਰਿੜਾਇਆ। ਫਿਰ ਪੂਰੇ ਸਤਿਗੁਰੂ ਜੀ ਨੇ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਟਿਕਾ ਦੇਣਾ ਹੈ, ਪੱਕਾ ਕਰ ਦੇਣਾ ਹੈ, ਦ੍ਰਿੜਾ ਦੇਣਾ ਹੈ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਮਹਾਰਾਜ ਕਹਿੰਦੇ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਗੁਰੂ ਵੱਲੋਂ ਪਾਸਾ ਵੱਟ ਕੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ,
ਅਸਲ ਵਿੱਚ ਮਹਾਰਾਜ ਕਹਿੰਦੇ ਉਹ ਮੂਰਖ ਹੋਏ ਰਹਿੰਦੇ ਆ। ਬਿਨ ਗੁਰ ਮੂੜ, ਗੁਰੂ ਤੋਂ ਬਿਨਾ ਭਏ ਹੈ ਮਨਮੁਖ। ਜਿਹੜੇ ਆਪਣੇ ਮਨ ਦੇ ਮਗਰ ਲੱਗਦੇ ਐ ਉਹ ਮੂਰਖ ਹੈ, ਤੇ ਮੋਹ ਮਾਇਆ ਨਿਤ ਫਾਥਾ, ਤੇ ਉਹ ਸਦਾ ਹੀ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਐ। ਫਾਥਾ ਤੋਂ ਭਾਵ ਹੈ ਫਸੇ ਰਹਿੰਦੇ ਐ। ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਮਹਾਰਾਜ ਕਹਿੰਦੇ ਉਹਨਾਂ ਨੇ ਕਦੇ ਵੀ ਜਿਹੜੇ ਰੱਬ ਨਾਲ ਜੁੜੇ ਹੋਏ ਸੰਤ ਮਹਾਤਮਾ ਹਨ ਉਹਨਾਂ ਦੀ ਸੇਵਾ ਨਹੀਂ ਕੀਤੀ, ਕਿਉਂਕਿ ਰੱਬ ਨਾਲ ਰੰਗੇ ਹੋਏ ਸੰਤਾਂ ਦੀ ਸੰਗਤ ਵਿੱਚ ਜਾਓਗੇ ਤਾਂ ਉਹ ਤੁਹਾਨੂੰ ਗੁਰੂ ਦੇ ਨਾਲ ਜੋੜਨਗੇ। ਤਿਨ ਸਾਧੂ ਚਰਨ ਨਾ ਸੇਵੇ ਕਬਹੂ। ਇਹ ਮਨਮੁਖ ਇਨਸਾਨ ਰੱਬ ਦੇ ਪਿਆਰੇ ਸਾਧੂ ਜਨਾਂ ਦੀ ਸੰਗਤ ਵਿੱਚ ਨਹੀਂ ਜਾਂਦਾ। ਤਿੰਨ ਸਭ ਜਨਮ ਅਕਾਥਾ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਿਆ ਜਾਂਦਾ ਹੈ। ਮਾੜੇ ਬੰਦਿਆਂ ਦੀ ਸੰਗਤ ਵਿੱਚ ਜ਼ਰੂਰ ਚਲਿਆ ਜਾਂਦਾ, ਪਰ ਚੰਗੇ ਬੰਦਿਆਂ ਦੀ ਸੰਗਤ ਵਿੱਚ ਜਾਣਾ ਇਹਨੂੰ ਔਖਾ ਲੱਗਦਾ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮਹਾਰਾਜ ਕਹਿੰਦੇ ਜਿਹੜੇ ਮਨੁੱਖ ਰੱਬ ਦੇ ਪਿਆਰੇ ਰੰਗੇ ਹੋਏ ਸੰਤਾਂ ਦੀ ਸੰਗਤ ਕਰਦੇ ਹਨ, ਉਹਨਾਂ ਦਾ ਓਟ ਆਸਰਾ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਐ, ਉਹ ਗੁਰੂ ਵਾਲੇ ਬਣ ਜਾਂਦੇ ਐ, ਉਹਨਾਂ ਦੀ ਪਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ। ਤਿਨ ਸਫਲਿਓ ਜਨਮ ਸਨਾਥਾ। ਸਨਾਥਾ ਤੋਂ ਭਾਵ ਹੈ ਖਸਮ ਵਾਲੇ, ਤੇ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਉਹਨਾਂ ਦਾ ਇਹ ਸੰਸਾਰ ਵਿੱਚ ਆਇਆਂ ਦਾ ਸਮਾਂ ਸਫਲ ਹੋ ਜਾਂਦਾ ਹੈ। ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਸੰਤਾਂ ਦੀ ਸੰਗਤ ਕਰਦੇ ਹੈ, ਕਿਉਂਕਿ ਜਿਹੜੇ ਸੰਤ ਮਹਾਤਮਾ ਹੈ ਅਸਲ ਵਿੱਚ ਉਹ ਜੀਵ ਨੂੰ ਇਹੀ ਦੱਸਦੇ ਹੈ ਵੀ ਤੂੰ ਗੁਰੂ ਵਾਲਾ ਬਣ। ਜਦੋਂ ਅਸੀਂ ਗੁਰੂ ਵਾਲੇ ਬਣ ਗਏ ਫਿਰ ਗੁਰੂ ਨੇ ਸਾਨੂੰ ਪਰਮਾਤਮਾ ਨਾਲ ਜੋੜ ਦੇਣਾ। ਜਿਹੜਾ ਵੀ ਸੰਤ ਆਪਣੇ ਨਾਲ ਜੋੜਦਾ ਹੈ ਉਹ ਸੰਤ ਨਹੀਂ, ਉਹ ਭੇਖੀ ਹੋ ਸਕਦਾ ਹੈ, ਉਹ ਪਖੰਡੀ ਹੋ ਸਕਦਾ ਹੈ। ਜਿਹੜਾ ਪੂਰਨ ਸੰਤ ਹੈ ਉਹ ਤਾਂ ਜੀਵ ਨੂੰ ਪਰਮਾਤਮਾ ਦੇ ਨਾਮ ਨਾਲ ਹੀ ਜੋੜੇਗਾ, ਉਹ ਤਾਂ ਜੀਵ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਹੀ ਜੋੜੇਗਾ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨ ਨਾਥਾ। ਧੰਨ ਗੁਰੂ ਰਾਮਦਾਸ ਮਹਾਰਾਜ ਦੇਖੋ ਕਿੰਨੇ ਪਿਆਰ ਵਿੱਚ ਆ ਕੇ ਕਹਿ ਰਹੇ ਨੇ, ਹੇ ਪ੍ਰਮਾਤਮਾ ਜੀ, ਹੇ ਜਗਨਨਾਥ, ਜਗਤ ਦੇ ਨਾਥ ਪ੍ਰਮਾਤਮਾ, ਮੇਰੇ ਉੱਤੇ ਮਿਹਰ ਕਰ। ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ। ਜੇ ਮੈਨੂੰ ਤੁਸੀਂ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਲਿਆ ਮਹਾਰਾਜ, ਫਿਰ ਵੀ ਮੇਰਾ ਪਾਰ ਉਤਾਰਾ ਹੋ ਸਕਦਾ ਹੈ। ਮੈਨੂੰ ਵਿਸ਼ਵਾਸ ਹੈ ਜਿਹੜੇ ਤੁਹਾਡੇ ਦਾਸਾਂ ਦੇ ਦਾਸਾਂ ਨਾਲ ਵੀ ਜੁੜਿਆ ਹੈ ਉਹ ਵੀ ਇਹ ਭਵ ਰੂਪੀ ਸੰਸਾਰ ਸਾਗਰ ਤੋਂ ਪਾਰ ਹੋ ਗਿਆ। ਮਹਾਰਾਜ ਕਿਰਪਾ ਕਰੋ, ਮੈਨੂੰ ਆਪਣੇ ਨਾਲ ਰੰਗੇ ਹੋਏ ਸੰਤਾਂ ਦੀ ਸੰਗਤ ਬਖਸ਼ੋ। ਤਾਂ ਹੀ ਮਹਾਰਾਜ ਕਹਿੰਦੇ, ਕੰਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਐ ਵਾਹਿਗੁਰੂ ਜੀ, ਜਿਹਨੂੰ ਤੁਹਾਡੇ ਦਰਸ਼ਨਾਂ ਦੀ ਤਾਂਗ ਵੀ ਹੈ, ਜੇ ਮੈਨੂੰ ਉਹਦੀ ਵੀ ਸੰਗਤ ਮਿਲ ਗਈ, ਮੈਨੂੰ ਵਿਸ਼ਵਾਸ ਹੈ ਮੇਰਾ ਵੀ ਪਾਰ ਉਤਾਰਾ ਹੋ ਸਕਦਾ ਹੈ। ਮੈਨੂੰ ਵੀ ਉਹਨਾਂ ਦੇ ਨਾਲ ਆਪ ਜੀ ਤਾਰ ਸਕਦੇ ਹੋ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਹਰ ਦਇਆ ਧਾਰ ਜਗਨ ਨਾਥਾ, ਇਹ ਜਗਤ ਦੇ ਨਾਥ, ਇਹ ਪਰਮਾਤਮਾ, ਇਹ ਹਰੀ, ਮੇਰੇ ਉੱਤੇ ਇਹ ਮਿਹਰ ਕਰ ਦਿਓ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਅਸੀਂ ਮਾਇਆ ਦੇ ਵਿੱਚ ਅੰਨੇ ਹੋ ਗਏ ਹਾਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਅਸੀਂ ਨੇਤਰਾਂ ਤੋਂ ਹੀਣ ਹਾਂ, ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ।
ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਨਹੀਂ ਹੈ ਤੇ ਮਹਾਰਾਜ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ। ਸਤਿਗੁਰੂ ਜੀ, ਸਾਨੂੰ ਮਾਇਆ ਨੇ ਭਰਮਾਇਆ ਹੋਇਆ ਹੈ। ਸਾਡੇ ਕੋਲੋਂ ਬਾਹਰੀ ਨੇਤਰ ਤਾਂ ਹੈ, ਪਰ ਗਿਆਨ ਦੇ ਨੇਤਰ ਸਾਡੇ ਪਾਸ ਨਹੀਂ। ਗਿਆਨ ਪੱਖੋਂ ਅਸੀਂ ਅੰਨੇ ਹਾਂ। ਗਿਆਨ ਦੇ ਪੱਖੋਂ ਸਾਡੇ ਮਨ ਵਿੱਚ ਹਨੇਰਾ ਹੈ। ਅਸੀਂ ਅਗਿਆਨੀ ਹਾਂ, ਗਿਆਨਹੀਨ ਹਾਂ। ਕਿਉਂ ਚਾਲੈ ਮਾਰਗ ਪੰਥਾ? ਮਹਾਰਾਜ, ਕਿਵੇਂ ਤੁਹਾਡੇ ਰਸਤੇ ਤੇ ਚੱਲ ਸਕਦੇ ਹਾਂ? ਸਤਿਗੁਰੂ ਜੀ, ਅਸੀਂ ਆਪਣੇ ਜ਼ੋਰ ਦੇ ਨਾਲ ਤੁਹਾਡੇ ਦੱਸੇ ਹੋਏ ਰਸਤੇ ਤੇ ਨਹੀਂ ਚੱਲ ਸਕਦੇ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਲੰਥਾ। ਅੰਚਲ ਤੋਂ ਭਾਵ ਹੈ ਪੱਲਾ। ਮਹਾਰਾਜ ਕਹਿੰਦੇ, ਹੇ ਸਤਿਗੁਰੂ ਜੀ, ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਦਿਓ। ਜਦੋਂ ਗੁਰੂ ਜੀ ਦੀ ਰਹਿਮਤ ਹੋ ਜਾਏ, ਮਹਾਰਾਜ ਆਪਣਾ ਪੱਲਾ ਫੜਾ ਦੇਣ ਤੇ ਪੱਲੇ ਨਾਲ ਲੱਗ ਕੇ ਅਸੀਂ ਤੁਹਾਡੇ ਦੱਸੇ ਹੋਏ ਰਸਤੇ ਉੱਤੇ ਤੁਰ ਸਕਦੇ ਹਾਂ। ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਜੇ ਸਾਨੂੰ ਅੰਨਿਆਂ ਨੂੰ, ਗਿਆਨਹੀਨਾਂ ਨੂੰ, ਜਿਨ੍ਹਾਂ ਨੂੰ ਆਤਮਿਕ ਸੂਝ ਨਹੀਂ ਹੈ, ਜੇ ਸਾਨੂੰ ਮਹਾਰਾਜ ਆਪਣਾ ਪੱਲਾ ਫੜਾ ਦੇਣ, ਆਪਣੇ ਅੰਚਲ ਦੇ ਨਾਲ ਲਾ ਦੇਣ, ਜਨ ਨਾਨਕ ਚੱਲੈ ਮਲਾਥਾ, ਫਿਰ ਗੁਰੂ ਦੀ ਰਹਿਮਤ ਦੇ ਨਾਲ ਅਸੀਂ ਵਾਹਿਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਸਕਦੇ ਹਾਂ। ਇਸ ਕਰਕੇ ਭਾਈ, ਗੁਰੂ ਵਾਲੇ ਬਣੋ। ਗੁਰੂ ਤੋਂ ਬਿਨਾ ਇਹ ਜੀਵਨ ਦੀ ਸੂਝ ਕਿਸੇ ਨੇ ਨਹੀਂ ਦੱਸਣੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾ ਘੋਰ ਹਨੇਰਾ ਹੈ। ਗੁਰੂ ਤੋਂ ਬਿਨਾ ਅੰਦਰ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਆਪਣੀ ਜ਼ਿੰਦਗੀ ਅੰਦਰ ਗੁਰੂ ਵਾਲੇ ਜ਼ਰੂਰ ਬਣੋ। ਗੁਰੂ ਬਿਨਾ ਗਤੀ ਨਹੀਂ ਹੋ ਸਕਦੀ। ਇਹ ਸਨ ਜੋ ਅੱਜ ਸਤਿਗੁਰੂ ਜੀਆਂ ਨੇ ਸ੍ਰੀ ਮੁਖਵਾਕ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ। ਉਸ ਹੁਕਮਨਾਮਾ ਸਾਹਿਬ ਜੀਆਂ ਦੇ ਅਖਰੀ ਅਰਥ ਜੋ ਆਪ ਜੀਆਂ ਨੇ ਸਰਵਣ ਕੀਤੇ ਹਨ ਜੀ। ਸਾਡੀ ਸਤਿਗੁਰੂ ਜੀਆਂ ਦੇ ਚਰਨਾਂ ਵਿੱਚ ਅਰਦਾਸ ਹੈ, ਮਹਾਰਾਜ, ਜੋ ਆਪ ਜੀਆਂ ਨੇ ਰਹਿਮਤ ਕੀਤੀ ਹੈ, ਜੋ ਸ੍ਰੀ ਹੁਕਮਨਾਮਾ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ ਹੈ, ਇਸ ਹੁਕਮਨਾਮਾ ਸਾਹਿਬ ਜੀਆਂ ਦੇ ਅਰਥ ਸਦਾ ਵਾਸਤੇ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਣ। ਅਸੀਂ ਵੀ ਗੁਰੂ ਵਾਲੇ ਬਣ ਜਾਈਏ। ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਜਾਣ ਕੇ ਭਾਈ ਆਪਣੇ ਹਿਰਦਿਆਂ ਦੇ ਅੰਦਰ ਵਸਾ ਲਿਓ। ਭੁੱਲਾਂ ਸਾਡੀ ਝੋਲੀ ਵਿੱਚ ਪਾ ਦਿਓ ਜੀ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।